हाँ जी दोस्तों, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ CDP ਦੇ ਨਾਲ ਰਿਲੇਟਡ ਟੌਪ 20 MCQ ਇਸ ਕਲਾਸ ਦੇ ਵਿੱਚ ਅੱਜ ਅਸੀਂ ਕਵਰ ਕਰਾਂਗੇ। ਇਹਨਾਂ MCQs ਦੇ ਵਿੱਚੋਂ ਤੁਹਾਨੂੰ ਕਿੰਨੇ MCQ ਆਉਂਦੇ ਨੇ ਇੱਕ ਵਾਰ ਲਾਸਟ ਵਿੱਚ ਜ਼ਰੂਰ ਦੱਸਿਓ। ਨਾਲ ਦੀ ਨਾਲ ਤੁਸੀਂ ਕੁਐਸਚਨ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ, ਠੀਕ ਹੈ ਜੀ। 20 ਦੇ ਵਿੱਚੋਂ ਕਿੰਨੇ ਨੰਬਰ ਲਾਸਟ ਵਿੱਚ ਤੁਹਾਡੇ ਬਣਨਗੇ ਇਹ ਤੁਸੀਂ ਲਾਸਟ ਦੇ ਵਿੱਚ ਦੱਸਣਾ ਹੈ। ਤਾਂ ਸਟਾਰਟ ਕਰਨ ਜਾ ਰਹੇ ਹਾਂ। ਬਹੁਤ ਚੁਣਵੇਂ ਸਿਲੈਕਟਡ MCQ ਨੇ ਅੱਜ ਦੀ ਕਲਾਸ ਦੇ ਵਿੱਚ। ਹਾਂਜੀ, ਸਟਾਰਟ ਕਰਨ ਜਾ ਰਹੇ ਹਾਂ। ਫਸਟ MCQ ਤੁਹਾਡੇ ਸਾਹਮਣੇ ਹੈ ਜੀ। ਗੇਟਸ ਦੇ ਅਨੁਸਾਰ ਅਧਿਐਨ ਜਾਂ ਕਹਿ ਲਓ ਸਿੱਖਣ ਦਾ ਸਭ ਤੋਂ ਢੁਕਵਾਂ ਅਰਥ ਕੀ ਹੈ। ਜੋ ਗੇਟਸ ਨੇ ਇਸ ਦੀ ਡੈਫੀਨੇਸ਼ਨ ਦਿੱਤੀ ਹੈ ਸਿੱਖਣ ਦੀ, ਉਹ ਡੈਫੀਨੇਸ਼ਨ ਦੇ ਵਿੱਚੋਂ ਹੀ ਡਾਇਰੈਕਟ ਇਹ ਸਵਾਲ ਬਣੇ ਹੈ। ਤਾਂ ਦੇਖੋ ਜੀ, ਇਹ ਇਸ ਨੂੰ ਸਿੱਖਿਆ ਦਾ ਗ੍ਰਹਿਣ ਕਰਨਾ, ਇਹ ਇਸ ਦਾ ਸਹੀ ਅਰਥ ਹੈ। ਜਾਂ ਫਿਰ ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ, ਜਾਂ ਫਿਰ ਵਿਅਕਤੀਗਤ ਵਿਵਸਥਾ, ਜਾਂ ਫਿਰ ਨਿਪੁੰਨਤਾ ਦੀ ਪ੍ਰਾਪਤੀ। ਇਹਦੇ ਵਿੱਚੋਂ ਸਭ ਤੋਂ ਬੈਸਟ ਆਨਸਰ ਹੈ ਜੋ ਇਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਇਸ ਨੇ ਜੋ ਡੈਫੀਨੇਸ਼ਨ ਦਿੱਤੀ ਹੈ ਉਸ ਦੇ ਵਿੱਚ ਇਹ ਇਸ ਚੀਜ਼ ਦੀ ਗੱਲ ਕਰਦਾ ਹੈ ਵੀ ਸਿੱਖਣਾ ਕੀ ਹੈ, ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦੇ ਵਿੱਚ ਸੋਧ ਜਾਂ ਕਹਿ ਲਓ ਸੁਧਾਰ ਕਰਨਾ ਕੀ ਹੈ, ਸਿੱਖਣਾ ਹੈ। ਤਾਂ ਇਹ ਇਸ ਦੀ ਡਾਇਰੈਕਟ ਡੈਫੀਨੇਸ਼ਨ ਸੀ। ਇੱਦਾਂ ਡੈਫੀਨੇਸ਼ਨ ਇਹ ਮਤਲਬ ਇਹ ਜੋ ਕੁਐਸਚਨ ਨੇ ਜੀ ਅੱਜ ਦੇ, ਇਹ ਪ੍ਰੀਵੀਅਸ ਈਅਰਸ ਦੇ ਵਿੱਚੋਂ ਹੀ ਲਏ ਗਏ ਨੇ। ਰਿਪੀਟਡ ਕੁਐਸਚਨ ਨੇ ਜੋ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 2। ਸੈਕੰਡ MCQ ਹੈ ਜੀ, ਸਿੱਖਿਆ ਜਿਹੜੀ ਬੱਚਾ ਪਰਿਵਾਰ ਵਿੱਚੋਂ ਪ੍ਰਾਪਤ ਕਰਦਾ ਹੈ। ਜੋ ਸਿੱਖਿਆ ਪਰਿਵਾਰ ਦੇ ਵਿੱਚੋਂ ਪ੍ਰਾਪਤ ਕਰਦਾ ਬੱਚਾ, ਉਹ ਕਿਹੜੀ ਹੁੰਦੀ ਹੈ। ਤਾਂ ਉਸ ਸਿੱਖਿਆ ਬਾਰੇ ਆਪਾਂ ਨੇ ਦੱਸਣਾ ਹੈਗਾ ਕਿ ਇਹ ਰਸਮੀ ਹੁੰਦੀ ਹੈ, ਗੈਰ ਰਸਮੀ ਹੁੰਦੀ ਹੈ, ਬੇਰਸਮੀ ਹੁੰਦੀ ਹੈ ਜਾਂ ਅਰਧ ਰਸਮੀ ਹੁੰਦੀ ਹੈ। ਇਹਦੇ 'ਚੋਂ ਜੋ ਰਾਈਟ ਆਨਸਰ ਬਣੇਗਾ ਉਹ ਆਪਾਂ ਨੇ ਸਿਲੈਕਟ ਕਰਨਾ ਹੈ ਕਿ ਰਾਈਟ ਆਨਸਰ ਕੀ ਬਣੇਗਾ। ਤਾਂ ਇਹਦਾ ਰਾਈਟ ਆਨਸਰ ਹੋਏਗਾ ਜੀ ਗੈਰ ਰਸਮੀ। ਜੋ ਸਿੱਖਿਆ ਪਰਿਵਾਰ ਦੇ ਵਿੱਚੋਂ ਪ੍ਰਾਪਤ ਕੀਤੀ ਜਾਂਦੀ ਹੈ ਉਹ ਕੀ ਹੈ ਜੀ, ਗੈਰ ਰਸਮੀ ਹੈ। ਮਤਲਬ ਕਿ ਉਹ ਸਧਾਰਨ ਜੀ ਹੈ, ਇਹ ਮੰਨ ਲਓ ਇਨਫੋਰਮਲ ਹੈ। ਕਹਿਣ ਦਾ ਭਾਵ ਇਹ ਹੈ ਕਿ ਉਹਦੇ ਲਈ ਕੁਛ ਉਸਨੇ ਮਤਲਬ ਉਹ ਜਿਵੇਂ ਹੁਣ ਸਕੂਲ ਦੇ ਵਿੱਚ ਹੈ, ਸਕੂਲ ਦੇ ਵਿੱਚ ਉਹ ਸਿੱਖਣ ਜਾਂਦਾ, ਇਸ ਤੋਂ ਪਹਿਲਾਂ ਤਿਆਰ ਹੋ ਕੇ ਵੀ ਜਾਂਦਾ ਹੈ, ਬੈਗ ਲੈ ਕੇ, ਖਾਣਾ ਲੈ ਕੇ, ਪੂਰੀ ਤਿਆਰੀ ਦੇ ਵਿੱਚ ਜਾਂਦਾ ਹੈ, ਠੀਕ ਹੈ। ਉੱਥੇ ਇੱਕ ਢੰਗ ਨਾਲ ਸਹੀ ਰਸਮ ਦੇ ਵਿੱਚ ਰਸਮੀ ਢੰਗ ਦੇ ਨਾਲ ਬਹਿ ਕੇ ਸਿੱਖਦਾ ਹੈ, ਅਧਿਆਪਕ ਤੋਂ ਸਿੱਖਦਾ ਹੈ, ਉਸ ਦਾ ਹੋਮਵਰਕ ਵੀ ਕਰਦਾ ਹੈ, ਉਸ ਦਾ ਸਕੂਲ ਵਰਕ ਵੀ ਕਰਦਾ ਹੈ, ਸਾਰੇ ਰਸਮਾਂ ਰਿਵਾਜ ਨਿਭਾਉਂਦਾ ਹੈ ਨਾ ਜੋ ਸਕੂਲ ਦੇ ਵਿੱਚ ਸਿੱਖਦਾ ਹੈ। ਪਰ ਘਰ ਦੇ ਵਿੱਚ ਉਸਨੇ ਨਾ ਕੋਈ ਹੋਮਵਰਕ ਕਰਨਾ, ਨਾ ਕੋਈ ਲਿਖਤੀ ਕੰਮ ਕਰਨਾ, ਪ੍ਰੈਕਟਿਸ ਨਹੀਂ ਕਰਨੀ, ਕੁਛ ਨਹੀਂ ਕਰਨਾ, ਉਹ ਫਿਰ ਵੀ ਸਿੱਖ ਰਿਹਾ ਹੈ। ਤਾਂ ਹੋ ਗਈ ਜੀ ਗੈਰ ਰਸਮੀ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 3। ਤੀਸਰਾ ਪ੍ਰਸ਼ਨ ਹੈ ਜੀ, ਸਮਾਜਿਕ ਉਸਾਰੂ ਸਿਧਾਂਤ ਯਾਨੀ ਕਿ ਸੋਸ਼ਲ ਕੰਸਟਰਕਟਿਵਿਸਟ ਥਿਊਰੀ ਹੈ ਜਿਹੜੀ, ਮਤਲਬ ਕਿ ਉਹੀ ਹੈ ਜਿਵੇਂ ਉਹ ਮਤਲਬ ਆਪਾਂ ਨੇ ਉਹਦੇ ਵਿੱਚ ਮੰਨੀ ਸੀ, ਉਹਦੀ ਆਪਣੀ ਵਾਈਗੋਟਸਕੀ ਦੀ ਜੋ ਥਿਊਰੀ ਹੈ ਨਾ, ਉਹ ਉਸ ਦੇ ਵਿੱਚ ਕਾਹਦੀ ਗੱਲ ਕਰਦਾ ਹੈ, ਸੋਸ਼ਲ ਕੰਸਟਰਕਟਿਵਿਸਟ ਦੀ ਗੱਲ ਕਰਦਾ ਹੈ, ਠੀਕ ਹੈ ਜੀ। ਤਾਂ ਉਸ ਦੇ ਅਕੋਰਡਿੰਗ ਆਪਾਂ ਨੇ ਇਹ ਦੱਸਣਾ ਵੀ ਸਕੈਫੋਲਡਿੰਗ ਕੀ ਹੈ, ਸਕੈਫੋਲਡਿੰਗ ਦਾ ਕੀ ਮੀਨਿੰਗ ਹੈ, ਇਹ ਆਪਾਂ ਨੇ ਦੱਸਣਾ ਹੈ। ਸਿਮੂਲੇਸ਼ਨ ਅਧਿਆਪਨ, ਜਾਂ ਫਿਰ ਪਹਿਲੀ ਸਿੱਖਿਆ ਦੀ ਦੁਹਰਾਈ, ਜਾਂ ਫਿਰ ਵਾਲਗਾਂ ਦੁਆਰਾ ਸਿਖਲਾਈ ਵਿੱਚ ਸਾਥ ਦੇਣਾ, ਜਾਂ ਫਿਰ ਵਿਦਿਆਰਥੀਆਂ ਦੁਆਰਾ ਕੀਤੀਆਂ ਗਲਤੀਆਂ ਦੇ ਕਾਰਨ ਦਾ ਪਤਾ ਲਗਾਉਣਾ। ਤਾਂ ਇਹਦੇ ਵਿੱਚੋਂ ਸਾਡਾ ਜੋ ਰਾਈਟ ਆਨਸਰ ਹੈ ਉਹ ਅਸੀਂ ਨੇ ਸਿਲੈਕਟ ਕਰਨਾ ਹੈ ਜੀ। ਤਾਂ ਇਸ ਦੇ ਅਕੋਰਡਿੰਗ ਕੀ ਹੈ, ਉਹ ਸਕੈਫੋਲਡਿੰਗ ਦਾ ਮੀਨਿੰਗ ਕੀ ਲੈਂਦਾ ਹੈ, ਕਹਿੰਦਾ ਵਾਲਗਾਂ ਦੁਆਰਾ ਸਿਖਲਾਈ ਵਿੱਚ ਸਾਥ ਦੇਣਾ। ਇੱਥੇ ਵਾਲਗ ਦਾ ਮਤਲਬ ਸਿਰਫ ਇਹ ਨਹੀਂ ਕਿ ਉਹ ਉਮਰ ਦੇ ਵਿੱਚ ਵੱਡਾ ਹੈ, ਉਹ ਤਜਰਬੇ ਦੇ ਵਿੱਚ ਵੱਡਾ ਹੋਣਾ ਚਾਹੀਦਾ। ਵਾਲਗ ਦਾ ਮਤਲਬ ਇੱਥੇ ਕੀ ਹੈ ਵੀ ਜੋ ਕੰਮ ਉਸ ਨੂੰ ਸਿਖਾਉਣਾ, ਬੱਚੇ ਨੂੰ ਸਿਖਾਉਣਾ, ਉਹ ਬਾਲਗ ਹੈ, ਉਹ ਪਹਿਲਾਂ ਸਿੱਖ ਚੁੱਕੇ ਹੈ। MKO ਦੀ ਗੱਲ ਕਰਦੇ ਉਹ ਸਕੈਫੋਲਡਿੰਗ ਦੇ ਵਿੱਚ, MKO, ਠੀਕ ਹੈ ਜੀ, ਮੋਰ ਨੌਲੇਜੇਬਲ ਅਦਰ, ਮਤਲਬ ਕਿ ਨੌਲੇਜ ਦੇ ਵਿੱਚ ਜ਼ਿਆਦਾ ਹੈ, ਠੀਕ ਹੈ। ਵਾਲਗ ਦਾ ਅਰਥ ਇਹ ਇਸ ਦੇ ਵਿੱਚ ਲਿਆ ਗਿਆ। ਹੋ ਸਕਦਾ ਇਹ ਵਾਲਗ ਤੁਹਾਡੇ ਸਾਥ ਦਾ ਹੀ ਹੋਵੇ, ਤੁਹਾਡੀ ਉਮਰ ਦਾ ਹੋਵੇ, ਤੁਹਾਡਾ ਹਾਣੀ ਹੋਵੇ, ਹੋ ਸਕਦਾ ਤੁਹਾਡੇ ਤੋਂ ਵੱਡਾ ਹੋਵੇ, ਪਰ ਉਹ ਨੌਲੇਜ ਦੇ ਵਿੱਚ ਵੱਡਾ ਹੋਏਗਾ, ਠੀਕ ਹੈ। ਇੱਥੇ ਉਮਰ ਦਾ ਕੋਈ ਫੈਕਟਰ ਨਹੀਂ ਹੈਗਾ, ਠੀਕ ਹੈ। ਤਜਰਬੇ ਦੇ ਵਿੱਚ ਵੱਡਾ ਹੋਏਗਾ। ਪਰ ਆਪਸ਼ਨ ਦੇ ਵਿੱਚ ਤਾਂ ਆਪਾਂ ਨੂੰ ਸਭ ਤੋਂ ਬੈਸਟ ਇਹੀ ਸੀ, ਤਾਂ ਆਪਾਂ ਨੇ ਵਾਲਗ ਨੂੰ ਸਿਲੈਕਟ ਕਰ ਲਿਆ, ਠੀਕ ਹੈ ਜੀ। ਇਸ ਤਰੀਕੇ ਨਾਲ ਥਰਡ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪਿਆਜੇ ਦੇ ਅਨੁਸਾਰ ਸੰਵੇਦਕ ਮੋਟਰ ਅਨੁਕੂਲਨ ਦਾ ਕਾਲ ਕੀ ਹੈ। ਮਤਲਬ ਕਿ ਸਿੰਪਲ ਜੀ ਗੱਲ ਇਹ ਕਰ ਰਹੇ ਨੇ, ਸੈਂਸਰੀ ਮੋਟਰ ਸਟੇਜ ਹੈ, ਜੋ ਸੈਂਸਰੀ ਮੋਟਰ ਸਟੇਜ ਹੈ ਜਿਹੜੀ, ਉਸ ਦਾ ਸਮਾਂ ਕੀ ਹੈ, ਕਿ ਜਿਹੜੇ ਸਾਲ ਦੀ ਉਮਰ ਦੇ ਵਿੱਚ ਆਪਾਂ ਇਹ ਸਟੇਜ ਦੇ ਵਿੱਚ ਪਿਆਜੇ ਜਿਹੜਾ ਉਹ ਮੰਨਦਾ। ਤਾਂ ਇਸ ਦਾ ਸਿੰਪਲ ਜਿਹਾ ਆਨਸਰ ਆਪਾਂ ਸਿਲੈਕਟ ਕਰਾਂਗੇ 1 ਤੋਂ 3, ਜਾਂ ਫਿਰ 0 ਤੋਂ 2, ਮਤਲਬ ਜਨਮ ਤੋਂ 2 ਸਾਲ, ਜਾਂ 3 ਤੋਂ 5 ਸਾਲ, ਜਾਂ ਫਿਰ 4 ਤੋਂ 6 ਸਾਲ। ਤਾਂ ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਹੈ ਜੀ ਜਨਮ ਤੋਂ 2 ਸਾਲ ਤੱਕ ਦੀ ਜਿਹੜੀ ਸਟੇਜ ਹੈ, ਇਸ ਨੂੰ ਸੈਂਸਰੀ ਮੋਟਰ ਸਟੇਜ ਮੰਨਿਆ ਗਿਆ। SMS ਬਣ ਗਿਆ ਨਾ, ਤਾਂ ਇਹਨੂੰ ਕੀ ਮੰਨਿਆ ਗਿਆ ਜੀ,
ਸੈਂਸਰੀ ਮੋਟਰ ਸਟੇਜ ਮੰਨਿਆ ਗਿਆ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 5, ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਜੀਕਰਨ ਦੇ ਗੌਣ ਆਉਣਾ ਸੀ। ਇੱਥੇ ਸਮਾਜੀਕਰਨ ਦੇ ਇੱਥੇ ਆਉਣਾ ਸੀ ਗੌਣ, ਯਾਨੀ ਕਿ ਸੈਕੰਡਰੀ। ਤਾਂ ਗੌਣ ਏਜੰਟ, ਸੈਕੰਡਰੀ ਏਜੰਸੀਆਂ ਕਹਿ ਲਓ, ਸੈਕੰਡਰੀ ਇਸ ਦੇ ਏਜੰਟ ਕਿਹੜੇ ਨੇ ਉਹ ਆਪਾਂ ਨੇ ਦੱਸਣੇ ਨੇ। ਤਾਂ ਪਹਿਲੇ ਆਪਸ਼ਨ ਦੇ ਵਿੱਚ ਲਿਖਿਆ ਜੀ ਪਰਿਵਾਰ ਅਤੇ ਗੁਆਂਢ। ਤੁਹਾਨੂੰ ਕੀ ਦੱਸਿਆ ਸੀ, ਪ੍ਰਾਇਮਰੀ ਦੇ ਵਿੱਚ ਆਉਂਦਾ ਪਰਿਵਾਰ, ਪ੍ਰਾਇਮਰੀ ਦੇ ਵਿੱਚ ਆਉਂਦਾ ਹੈ। ਜਿਹੜੀ ਆਪਸ਼ਨ ਦੇ ਵਿੱਚ ਪਰਿਵਾਰ ਆ ਗਿਆ ਉਹ ਬਣ ਗਈ ਆਪਣੇ ਕੋਲ ਕਾਹਦੇ ਵਾਲੀ, ਪ੍ਰਾਇਮਰੀ ਵਾਲੀ। ਤਾਂ ਪਹਿਲੀ ਆਪਸ਼ਨ ਤਾਂ ਕੱਟ ਗਈ। ਸਕੂਲ ਅਤੇ ਗੁਆਂਢ ਨੂੰ ਦੇਖਾਂਗੇ, ਇਸ ਤੋਂ ਬਾਅਦ ਅਗਲੀ ਆਪਸ਼ਨ ਪੜ੍ਹਦੇ ਹਾਂ। ਅਗਲੇ ਆਪਸ਼ਨ ਦੇ ਵਿੱਚ ਹੈ ਸਕੂਲ ਅਤੇ ਤਤਕਾਲੀ ਪਰਿਵਾਰਿਕ ਸਮੂਹ। ਪਰਿਵਾਰ ਤਾਂ ਪ੍ਰਾਇਮਰੀ ਦੇ ਵਿੱਚ ਆਊਗਾ, ਇਹਨੂੰ ਰੱਟ ਲਓ। ਬਾਕੀ ਜਿਵੇਂ ਗੁਆਂਢ ਹੈ, ਗੁਆਂਢੀ ਦੋਗਲੇ ਨੇ, ਉਹ ਸੈਕੰਡਰੀ ਤੇ ਪ੍ਰਾਇਮਰੀ ਦੋਨਾਂ 'ਚ ਆ ਜਾਂਦੇ ਨੇ। ਆਪਸ਼ਨ ਦੇ ਅਕੋਰਡਿੰਗ ਆਪਾਂ ਨੂੰ ਦੇਖਣਾ ਪੈਂਦਾ ਹੈ। ਪਰਿਵਾਰ ਅਤੇ ਰਿਸ਼ਤੇਦਾਰ, ਪਰਿਵਾਰ ਇਸ ਦੇ ਵਿੱਚ ਫੇਰ ਆ ਗਿਆ, ਤਾਂ ਇਹ ਵੀ ਪ੍ਰਾਇਮਰੀ ਹੋ ਗਿਆ। ਤਾਂ ਆਪਣੇ ਕੋਲ ਇੱਕੋ ਆਪਸ਼ਨ ਬਚਦੀ ਹੈ ਸੈਕਿੰਡ ਆਪਸ਼ਨ, ਸਕੂਲ ਅਤੇ ਗੁਆਂਢ। ਦੇਖੋ ਗੁਆਂਢ ਹੈ ਜਿਹੜਾ ਆਪਾਂ ਨੇ ਉੱਧਰ ਪ੍ਰਾਇਮਰੀ ਦੇ ਵਿੱਚ ਵੀ ਗਿਣ ਲੈਂਦੇ ਇਹਨੂੰ, ਅਤੇ ਕਈ ਵਾਰ ਇਹਨੂੰ ਆਪਾਂ ਸਕੂਲ ਦੇ ਨਾਲ ਆ ਗਿਆ ਗੁਆਂਢ, ਤਾਂ ਇਸ ਨੂੰ ਆਪਾਂ ਸੈਕੰਡਰੀ ਯਾਨੀ ਕਿ ਗੌਣ ਏਜੰਟ ਦੇ ਵਿੱਚ ਇਸ ਨੂੰ ਅਸੀਂ ਕਾਊਂਟ ਕਰਾਂਗੇ। ਇਸ ਤਰੀਕੇ ਨਾਲ ਆਪਣੇ ਕੋਲ ਸੈਕਿੰਡ ਆਪਸ਼ਨ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਬਣ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, ਲੇਵ ਵਾਈਗੋਟਸਕੀ ਦੇ ਅਨੁਸਾਰ ਆਪਾਂ ਨੇ ਇਹ ਦੱਸਣਾ ਵੀ ਜਿਹੜਾ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਕੀ ਹੈ। ਮਤਲਬ ਕਿ ਇਸ ਨੇ ਗੱਲ ਤਾਂ ਕੀਤੀ ਹੈ ਡਿਵੈਲਪਮੈਂਟ ਦੀ, ਤਾਂ ਉਹ ਡਿਵੈਲਪਮੈਂਟ ਦੀ ਜਿਹੜੀ ਗੱਲ ਕਰਦਾ ਹੈ ਤਾਂ ਉਹ ਇਸ ਦਾ ਕੀ ਕਾਰਨ ਮੰਨਦਾ ਹੈ। ਉਹ ਸੰਤੁਲਨ ਨੂੰ ਮੰਨਦਾ ਜਾਂ ਫਿਰ ਕਹਿ ਸਕਦੇ ਆਪਾਂ ਕਿ ਉਹ ਸਮਾਜਿਕ ਪਰਸਪਰ ਪ੍ਰਭਾਵ ਨੂੰ ਮੰਨਦਾ, ਮਾਨਸਿਕ ਯੋਜਨਾ ਦੀ ਵਿਵਸਥਾ ਨੂੰ ਮੰਨਦਾ, ਉਤਸ਼ਾਹ ਕਿਰਿਆ ਜੋੜ ਨੂੰ ਮੰਨਦਾ। ਤਾਂ ਜਿਹੜਾ ਇਹ ਉਤਸ਼ਾਹ ਕਿਰਿਆ ਜੋੜ ਹੈ ਨਾ, ਇੰਗਲਿਸ਼ ਟਰਾਂਸਲੇਸ਼ਨ ਦੇ ਵਿੱਚ ਇਹਦਾ ਮਤਲਬ ਸਟਿਮੂਲਸ ਰਿਸਪੌਂਸ ਬਣੇਗਾ। ਦੇਖੋ ਪੰਜਾਬੀ ਦੇ ਵਿੱਚ ਐਵੇਂ ਸ਼ਬਦ ਵਰਤਦੇ ਨੇ ਇਹ ਉਰਾਂ ਪਰਾਂ ਕਰਕੇ, ਠੀਕ ਹੈ। ਤਾਂ ਇਹ ਸਟਿਮੂਲਸ ਰਿਸਪੌਂਸ ਵਾਲੀ ਬੌਂਡ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਤਾਂ ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਹੈ ਜੀ ਉਹ ਸਮਾਜਿਕ ਪਰਸਪਰ ਯਾਨੀ ਕਿ ਸੋਸ਼ਲ ਇੰਟਰੈਕਸ਼ਨ ਦੀ ਗੱਲ ਤਾਂ ਕਰਦਾ ਹੈ ਵਾਈਗੋਟਸਕੀ ਹੈ ਜੋ, ਉਹ ਕਾਹਦੀ ਗੱਲ ਕਰਦਾ ਹੈ, ਸੋਸ਼ਲ ਇੰਟਰੈਕਸ਼ਨ ਯਾਨੀ ਕਿ ਸਮਾਜਿਕ ਪਰਸਪਰ ਪ੍ਰਭਾਵ ਦੀ ਗੱਲ ਕਰਦਾ ਹੈ। ਤਾਂ ਆਪਣੇ ਕੋਲ ਸੈਕਿੰਡ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤੋਂ ਬਾਅਦ ਨੈਕਸਟ ਕੁਐਸਚਨ ਕਰਦੇ ਹਾਂ ਜੀ ਪ੍ਰਸ਼ਨ ਨੰਬਰ 7, ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿੱਚ, ਮਤਲਬ ਕਿ ਕਹਿ ਸਕਦੇ ਇੱਕ ਪ੍ਰਗਤੀਸ਼ੀਲ ਹੈ ਨਾ ਵੀ ਇੱਕ ਕਲਾਸਰੂਮ ਹੈ, ਅਧਿਆਪਕ ਸਿਖਲਾਈ ਨੂੰ ਇੱਕ ਅਜਿਹਾ ਵਾਤਾਵਰਨ ਪ੍ਰਦਾਨ ਕਰਕੇ ਵਧਾਉਂਦਾ ਹੈ ਜਿਹੜਾ, ਮਤਲਬ ਉਸ ਦਾ ਜਿਹੜਾ ਵਾਤਾਵਰਨ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ, ਬੰਦਿਸ਼ ਵਾਲਾ ਹੋਏਗਾ, ਖੋਜ ਨੂੰ ਉਤਸ਼ਾਹਨ ਦਿੰਦਾ ਹੋਏਗਾ, ਜਾਂ ਫਿਰ ਸੰਮੇਲਨ ਨੂੰ ਨਿਰਉਤਸ਼ਾਹਿਤ ਕਰਦਾ ਹੋਏਗਾ, ਜਾਂ ਫਿਰ ਦੁਹਰਾਈ ਨੂੰ ਉਤਸ਼ਾਹਿਤ ਕਰੇਗਾ। ਦੇਖੋ ਇੱਥੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਸ਼ਨ ਡਿਲੀਟ ਕਰਨੀਆਂ ਸਿਖਾਉਂਦਾ। ਨੰਬਰ 1 ਦੇਖੋ, ਖੋਜ ਨੂੰ ਪ੍ਰੋਤਸਾਹਨ ਦੇਣਾ ਇੱਕ ਪੋਜ਼ੀਟਿਵ ਆਨਸਰ ਹੈ ਇਹ, ਠੀਕ ਹੈ। ਤਾਂ ਇਹਨੂੰ ਆਪਾਂ ਦੇਖਾਂਗੇ ਵੀ ਇਸ ਤੋਂ ਵੀ ਪੋਜ਼ੀਟਿਵ ਹੋਰ ਤਾਂ ਨਹੀਂ ਪਿਆ ਕੁਛ। ਬੰਦਿਸ਼ ਹੋਵੇ, ਬੰਦਿਸ਼ ਤਾਂ ਦੇਣੀ ਹੀ ਨਹੀਂ ਵਾਤਾਵਰਨ ਦੇ ਵਿੱਚ, ਬੰਦਿਸ਼ ਵਾਲੀ ਤਾਂ ਕੋਈ ਟੈਕਨੀਕ ਅਪਣਾਉਣੀ ਹੀ ਨਹੀਂ। ਇਸ ਤੋਂ ਬਾਅਦ ਹੈ ਜੀ ਇੱਥੇ ਜਿਹੜਾ ਇਹ ਹੈ ਮਤਲਬ ਕਿ ਉਤਸ਼ਾਹਿਤ ਇੱਕ ਨੈਗੇਟਿਵ ਚੀਜ਼ ਹੈ, ਮਤਲਬ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਉਤਸ਼ਾਹਿਤ ਨਹੀਂ ਕਰ ਰਿਹਾ ਹੈ ਨਾ, ਕਾਹਨੂੰ, ਇਨਕਲੂਸਿਵ ਨੂੰ ਹੈ ਨਾ। ਮਤਲਬ ਇਨਕਲੂਸਿਵ ਐਜੂਕੇਸ਼ਨ ਤਾਂ ਬੈਸਟ ਹੈ, ਉਹਨੂੰ ਤਾਂ ਮੰਨਿਆ ਗਿਆ ਵਧੀਆ, ਠੀਕ ਹੈ। ਅਤੇ ਇਸ ਤੋਂ ਬਾਅਦ ਹੈ ਜੀ ਦੁਹਰਾਈ ਉਤਸ਼ਾਹਿਤ ਕਰਦੇ। ਦੁਹਰਾਈ ਇਹ ਜਿਹੜੀ ਉਹ ਮਤਲਬ ਚੰਗੀ ਚੀਜ਼ ਹੈ, ਪਰ ਜੇ ਕਹੀ ਚੱਲਿਓ ਵੀ ਦੁਹਰਾਈ ਰਿਪੀਟੇਸ਼ਨ ਫਿਰ ਉਹ ਰੱਟੇ ਦਾ ਰੂਪ ਲੈ ਜਾਂਦੀ ਹੈ, ਠੀਕ ਹੈ। ਇਸ ਨੂੰ ਵਾਲਾ ਉਤਸ਼ਾਹਿਤ ਕਰਨਾ ਇੰਨਾ ਪੋਜ਼ੀਟਿਵ ਨਹੀਂ ਰਹਿੰਦਾ। ਤਾਂ ਆਪਣੇ ਕੋਲ ਸਭ ਤੋਂ ਬੈਸਟ ਆਪਸ਼ਨ ਹੈ ਜੀ ਖੋਜ ਨੂੰ ਉਤਸ਼ਾਹਨ ਦਿੰਦਾ ਹੈ। ਮਤਲਬ ਕਿ ਉਹ ਚਾਹੁੰਦਾ ਵੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦਾ ਕਹਿ ਸਕਦੇ ਇੱਕ ਵਾਤਾਵਰਨ ਦੇਣ ਦੀ ਕੋਸ਼ਿਸ਼ ਕਰਦਾ ਉਹ ਵੀ ਉਸ ਦੇ ਵਿੱਚ ਉਹ ਖੋਜ ਕਰਨ, ਮਤਲਬ ਡਿਸਕਵਰੀ ਕਰਨ, ਆਪਣੇ ਅੰਦਰੋਂ ਕੁਝ ਖੋਜਣ, ਠੀਕ ਹੈ। ਵਧੀਆ ਸਿੱਖ ਸਕਣਗੇ ਜਦੋਂ ਉਹ ਬਾਈ ਡਿਸਕਵਰੀ ਲਰਨ ਕਰਨਗੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਫਸਟ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8। ਕੁਐਸਚਨ ਥੋੜ੍ਹਾ ਜਿਹਾ ਵੱਡਾ ਸੀ ਤਾਂ ਹੀ ਇਸ ਦਾ ਸਾਈਜ਼ ਥੋੜ੍ਹਾ ਜਿਹਾ ਘਟਾਉਣਾ ਪੈ ਗਿਆ। ਇੱਕ 5 ਸਾਲਾ ਬੱਚਾ ਸ਼ਰਟ ਤੈਅ ਕਰਨ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਅਤੇ ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਦੇ ਸੰਦਰਭ ਵਿੱਚ ਹੇਠ ਲਿਖਿਆਂ 'ਚੋਂ ਕਿਹੜਾ ਕਥਨ ਸਹੀ ਹੈ। ਮਤਲਬ ਕੋਈ ਕੰਮ ਕਰ ਰਿਹਾ ਸੀ ਇੱਕ ਬੱਚਾ, ਠੀਕ ਹੈ, ਸ਼ਰਟ ਨੂੰ ਪ੍ਰੈਸ ਕਰਨ ਤੋਂ ਬਾਅਦ ਤੈਅ ਕਰ ਰਿਹਾ ਸੀ, ਠੀਕ ਹੈ। ਤਾਂ ਤੈਅ ਕਰਦੇ ਕਰਦੇ ਉਹ ਆਪਣੇ ਆਪ ਨਾਲ ਕੁਛ ਗੱਲਾਂ ਜਿਹੀਆਂ ਕਰਦਾ, ਮਤਲਬ ਬੋਲੀ ਜਾਂਦੇ ਆਪਦੇ ਆਪ ਨਾਲ ਗੱਲਾਂ ਜਿਹੀਆਂ ਕਰੀ ਜਾਂਦਾ। ਤਾਂ ਜੀਨ ਪਿਆਜੇ ਅਤੇ ਵਾਈਗੋਟਸਕੀ ਇਸ ਨੂੰ ਕੀ ਚੀਜ਼ ਕਹਿਣਗੇ ਉਹ ਆਪਾਂ ਦੱਸਣਾ। ਪਹਿਲੀ ਆਪਸ਼ਨ ਪੜ੍ਹਦੇ ਹਾਂ ਆਪਾਂ, ਜੀਨ ਪਿਆਜੇ ਅਤੇ ਲੀਵ ਵਾਈਗੋਟਸਕੀ ਇਸ ਬੱਚੇ ਦੇ ਵਿਵਹਾਰ ਦੇ ਆਪ ਕੇਂਦਰਿਤ ਸੁਭਾਅ ਦੇ ਤੌਰ 'ਤੇ ਵਰਣਨ ਕਰਨਗੇ। ਆਪ ਕੇਂਦਰਿਤ ਦਾ ਮਤਲਬ ਇੱਥੇ ਈਗੋ ਸੈਂਟਰਿਕ ਹੈ ਕਿ ਜੀਨ ਪਿਆਜੇ ਅਤੇ ਵਾਈਗੋਟਸਕੀ ਨੇ ਜਿਹੜੇ ਉਹ ਦੋਨੋਂ ਹੀ ਈਗੋ ਸੈਂਟਰਿਕ ਆਖ ਰਹੇ ਨੇ। ਨਹੀਂ, ਫਸਟ ਆਪਸ਼ਨ ਆਪਣੀ ਹੋ ਗਈ ਗਲਤ, ਠੀਕ ਹੈ। ਪਿਆਜੇ ਤਾਂ ਆਖਦਾ
ਈਗੋਸੈਂਟਰਿਕ, ਪਰ ਵਾਈਗੋਟਸਕੀ ਤਾਂ ਇਹਨੂੰ ਪ੍ਰਾਈਵੇਟ ਸਪੀਚ ਆਖਦਾ ਹੈ। ਤਾਂ ਅਗਲੀ ਆਪਸ਼ਨ ਪੜ੍ਹਦੇ ਹਾਂ। ਦੇਖੋ ਜੀ, ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਯਾਨੀ ਕਿ ਈਗੋਸੈਂਟਰਿਕ ਸਪੀਚ, ਠੀਕ ਹੈ, ਅਤੇ ਇਸ ਦੇ ਤੌਰ 'ਤੇ ਵਰਣਨ ਕਰੇਗਾ। ਅਤੇ ਜਿਹੜਾ ਵਾਈਗੋਟਸਕੀ ਇਸ ਨੂੰ ਕੀ ਆਖੇਗਾ, ਪ੍ਰਾਈਵੇਟ ਸਪੀਚ ਯਾਨੀ ਕਿ ਨਿੱਜੀ ਗੱਲ ਕਹਿ ਕੇ ਵਰਣਨ ਕਰੇਗਾ। ਇਹ ਆਪਸ਼ਨ ਸਭ ਤੋਂ ਬੈਸਟ ਹੈ। ਤਾਂ ਪਿਆਜੇ ਕੀ ਕਹੂਗਾ, ਈਗੋਸੈਂਟਰਿਕ ਸਪੀਚ, ਅਤੇ ਵਾਈਗੋਟਸਕੀ ਕੀ ਕਹੂਗਾ, ਪ੍ਰਾਈਵੇਟ ਸਪੀਚ। ਤਾਂ ਇਹ ਬੈਸਟ ਆਪਸ਼ਨ ਆਪਣੇ ਕੋਲ, ਇਹ ਆਪਸ਼ਨ ਹੀ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਬੀ ਆਪਸ਼ਨ ਸਾਡਾ ਰਾਈਟ ਆਨਸਰ ਹੈ ਜੀ। ਪਰ ਇਸ ਤੋਂ ਬਿਨਾਂ ਆਪਾਂ ਬਾਕੀ ਆਪਸ਼ਨਾਂ ਪੜ੍ਹ ਲੈਂਦੇ ਹਾਂ। ਜਿਹੜਾ ਜੀਨ ਪਿਆਜੇ ਇਹ ਪਰਸਪਰ ਪ੍ਰਭਾਵ ਦੇ ਤੌਰ 'ਤੇ ਵਰਣਨ ਕਰੇਗਾ, ਨਹੀਂ, ਇਹਦੀ ਗੱਲ ਤਾਂ ਵਾਈਗੋਟਸਕੀ ਕਰਦੇ, ਜਿਵੇਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਹੈ ਨਾ। ਸੋਸ਼ਲ ਇੰਟਰੈਕਸ਼ਨ ਦੀ ਗੱਲ ਕਰਦਾ ਉਹ। ਜੀਨ ਪਿਆਜੇ ਅਤੇ ਵਾਈਗੋਟਸਕੀ ਇਸ ਬੱਚੇ ਦੁਆਰਾ ਉਸਦੇ ਪਿਤਾ ਦੀ ਨਕਲ ਦੀ ਕੋਸ਼ਿਸ਼ ਦੇ ਤੌਰ 'ਤੇ ਵਰਣਨ ਕਰਨਗੇ, ਨਾ, ਇਹ ਨਹੀਂ ਕੋਈ ਐਡੀ ਸੈਂਸ ਵਾਲੀ ਗੱਲ ਨਾ ਬਣੀ। ਤਾਂ ਆਪਣੇ ਕੋਲ ਬੀ ਆਪਸ਼ਨ ਸਭ ਤੋਂ ਬੈਸਟ ਪਈ ਹੈ ਜੀ, ਠੀਕ ਹੈ। ਤਾਂ ਆਪਣੇ ਕੋਲ ਸੈਕਿੰਡ ਆਪਸ਼ਨ ਰਾਈਟ ਆਨਸਰ ਇਸ ਦੇ 'ਚ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 9। ਹੇਠਲੀਆਂ ਜਮਾਤਾਂ ਵਿੱਚ ਅਧਿਆਪਨ ਦਾ ਪਲੇਵੇ ਢੰਗ ਹੈ, ਜਿਹੜਾ ਪਲੇਵੇ ਮੈਥਡ ਹੈ ਜਿਹੜਾ, ਉਹ ਆਧਾਰਿਤ ਹੈ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ? ਸਰੀਰਕ ਸਿੱਖਿਆ ਪ੍ਰੋਗਰਾਮਾਂ ਦੇ ਉੱਤੇ, ਵੀ ਜੇ ਉਹ ਪਲੇਵੇ ਮੈਥਡ ਨਾਲ ਉਹਨੂੰ ਸਿਖਾਇਆ ਜਾਊਗਾ ਛੋਟੀਆਂ ਕਲਾਸਾਂ ਦੇ ਵਿੱਚ, ਹੇਠਲੀਆਂ ਕਲਾਸਾਂ ਮਤਲਬ ਛੋਟੀਆਂ ਜਮਾਤਾਂ ਦੇ ਵਿੱਚ ਪ੍ਰਾਇਮਰੀ ਪੱਧਰ ਦੇ ਉੱਤੇ ਉਸ ਨੂੰ ਪਲੇਵੇ ਢੰਗ ਨਾਲ ਕੀ ਕੀਤਾ ਜਾਂਦਾ ਹੈ, ਸਿਖਾਇਆ ਜਾਂਦਾ ਹੈ। ਤਾਂ ਇਹ ਜਿਹੜਾ ਢੰਗ ਹੈ ਉਹ ਕਾਹਦੇ ਆਧਾਰਿਤ ਹੈ? ਵੀ ਸਰੀਰਕ ਸਿੱਖਿਆ ਦੇ ਪ੍ਰੋਗਰਾਮਾਂ 'ਤੇ, ਮਤਲਬ ਵੀ ਉਹਨੂੰ ਆਪਾਂ ਫਿਜ਼ੀਕਲੀ ਫਿੱਟ ਕਰਨਾ ਚਾਹੁੰਦੇ ਤਾਂ ਪਲੇਵੇ ਨਾਲ ਕਰਾਂ, ਨਹੀਂ, ਉਹਨੂੰ ਆਪਾਂ ਸਿਖਾਉਣ ਲਈ, ਉਹਦੀ ਤਰੱਕੀ, ਵਿਕਾਸ, ਵਾਧਾ, ਮਤਲਬ ਕਹਿ ਸਕਦੇ ਵੀ ਉਹ ਸਿੱਖ ਸਕੇ, ਵਧੀਆ ਢੰਗ ਨਾਲ ਸਿੱਖ ਸਕੇ, ਤਾਂ ਆਪਾਂ ਉਹਨੂੰ ਪਲੇਵੇ ਮੈਥਡ ਯੂਜ਼ ਕਰ ਰਹੇ ਹਾਂ। ਸਰੀਰਕ ਵਾਲੀ ਇੱਥੇ ਵਾਲੀ ਘੈਂਟ ਆਪਸ਼ਨ ਨਹੀਂ ਹੈਗੀ। ਅਗਲੀ ਆਪਸ਼ਨ ਪੜ੍ਹਦੇ ਹਾਂ। ਅਧਿਆਪਨ ਦੀਆਂ ਵਿਧੀਆਂ ਦੇ ਸਿਧਾਂਤ ਦੇ ਰੂਪ ਵਿੱਚ, ਜਾਂ ਫਿਰ ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਿਕ ਸਿਧਾਂਤ ਦੇ ਰੂਪ ਵਿੱਚ, ਅਧਿਆਪਨ ਦੇ ਸਮਾਜਿਕ ਵਿਕਾਸ 'ਤੇ। ਤਾਂ ਇਹਦੇ 'ਚੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਹੈ ਜੀ ਥਰਡ ਆਪਸ਼ਨ ਇਸ ਦੇ 'ਚ ਸਾਡਾ ਰਾਈਟ ਆਨਸਰ ਹੋਏਗਾ ਜੀ। ਕਿਉਂਕਿ ਉਹਦਾ ਆਪਾਂ ਵਿਕਾਸ ਕਰਨਾ ਚਾਹੁੰਦੇ ਹਾਂ, ਵੀ ਉਹ ਵਧੀਆ ਢੰਗ ਨਾਲ ਸਿੱਖ ਸਕੇ, ਜੋ ਚੀਜ਼ ਸਿੱਖ ਰਿਹਾ ਉਹ ਵਧੀਆ ਢੰਗ ਨਾਲ ਸਿੱਖ ਸਕੇ, ਤਰੱਕੀ ਕਰ ਸਕੇ। ਤਾਂ ਇਹ ਆਪਸ਼ਨ ਆਪਣੇ ਕੋਲ ਸਭ ਤੋਂ ਬੈਸਟ ਇਸ ਦੇ 'ਚ ਹੋਏਗੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 10। ਦ੍ਰਿਸ਼ਟੀ ਘਾਟ ਵਾਲੇ 6ਵੀਂ ਜਮਾਤ ਦੇ ਲੜਕੇ ਨੂੰ, ਮਤਲਬ ਕਿ ਤੁਹਾਡੀ ਜਮਾਤ ਦੇ ਵਿੱਚ ਫੋਰ ਐਗਜ਼ਾਮਪਲ ਤੁਹਾਡੀ 6ਵੀਂ ਕਲਾਸ ਨੂੰ ਤੁਸੀਂ ਪੜ੍ਹਾਉਣਾ, ਉੱਥੇ ਇੱਕ ਵਿਦਿਆਰਥੀ ਹੈ, ਇੱਕ ਲੜਕਾ ਹੈ ਜੋ ਦ੍ਰਿਸ਼ਟੀ ਦੀ ਘਾਟ ਹੈ, ਮਤਲਬ ਉਹਨੂੰ ਕਹਿ ਸਕਦੇ ਵੀ ਦੇਖਣ 'ਚ ਪ੍ਰੋਬਲਮ ਹੈ, ਠੀਕ ਹੈ। ਤਾਂ ਤੁਸੀਂ ਉਸ ਨਾਲ ਇਹੋ ਜਿਹਾ ਬਿਹੇਵੀਅਰ ਕਰੋਗੇ। ਤਾਂ ਪਹਿਲੀ ਆਪਸ਼ਨ ਕੀ ਕਹਿ ਰਹੀ ਹੈ, ਦੇਖਦੇ ਹਾਂ। ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ, ਨੋ। ਉਸ ਦੇ ਨਿਯਮਿਤ ਕੰਮਾਂ ਵਿੱਚ ਮਾਤਾ ਪਿਤਾ ਦੇ ਦੋਸਤਾਂ ਦੁਆਰਾ ਮਦਦ ਦੇਣੀ ਚਾਹੀਦੀ। ਲੈ, ਜੇ ਉਸ ਦੇ ਦੋਸਤ ਮਾਤਾ ਪਿਤਾ ਦੀ ਮਦਦ ਦੇਈ ਗਏ, ਫਿਰ ਜ਼ਿੰਦਗੀ 'ਚ ਕੀ ਕਰੂਗਾ? ਹਰ ਟਾਈਮ ਤਾਂ ਦੋਸਤ ਨਾਲ ਨਹੀਂ ਹੋ ਸਕਦੇ, ਹਰ ਟਾਈਮ ਤਾਂ ਮਾਤਾ ਪਿਤਾ ਨਾਲ ਹੋ ਨਹੀਂ ਸਕਦੇ, ਠੀਕ ਹੈ। ਤਾਂ ਉਸ ਨੂੰ ਵੀ ਨਿਯਮਿਤ ਕੰਮਾਂ ਵਿੱਚ ਲਗਾਤਾਰ ਮਦਦ ਉਹਨਾਂ ਦੀ ਲਈ ਜਾਣਾ, ਇਹ ਵੀ ਕੋਈ ਵਾਲੀ ਬੈਸਟ ਚੀਜ਼ ਨਹੀਂ ਹੈਗੀ। ਜਮਾਤ ਵਿੱਚ ਸਧਾਰਨ ਢੰਗ ਨਾਲ ਵਤੀਰਾ ਕੀਤਾ ਜਾਣਾ ਚਾਹੀਦਾ ਹੈ। ਆਡੀਓ CD ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਸਭ ਤੋਂ ਬੈਸਟ ਆਪਸ਼ਨ ਇਹ ਹੈ। ਬਾਕੀ ਆਪਾਂ ਥਰਡ ਆਪਸ਼ਨ ਪੜ੍ਹ ਲਈ, ਫੋਰਥ ਹੀ ਪੜ੍ਹ ਲੈਂਦੇ ਹਾਂ। ਜਮਾਤ ਵਿੱਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ, ਵਿਸ਼ੇਸ਼ ਤਾਂ ਕਰਨਾ ਹੀ ਨਹੀਂ। ਸਾਰੀਆਂ ਆਪਸ਼ਨਾਂ ਇਹ ਤਿੰਨ ਕੱਟ ਗਈਆਂ, ਇੱਕ ਆਪਸ਼ਨ ਆਪਣੇ ਕੋਲ ਬਚਦੀ ਹੈ, ਕਿਉਂਕਿ ਵਿਸ਼ੇਸ਼ ਤਾਂ ਬਿਹੇਵੀਅਰ ਕਰਨਾ ਹੀ ਨਹੀਂ। ਇਨਕਲੂਸਿਵ ਐਜੂਕੇਸ਼ਨ ਕੀ ਆਖਦੀ ਹੈ, ਵੀ ਸਾਰਿਆਂ ਨੂੰ ਰਲਵਾਂ ਮਿਲਵਾਂ, ਸਾਰਿਆਂ ਨੂੰ ਮਿਕਸ ਕਰਕੇ ਪੜ੍ਹਾਓ। ਸਧਾਰਨ ਢੰਗ ਨਾਲ ਵਤੀਰਾ ਕਰਨਾ ਚਾਹੀਦਾ ਹੈ। ਜਿਵੇਂ ਬਾਕੀ ਬੱਚਿਆਂ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉੱਦਾਂ ਹੀ ਕਰੋ। ਜਿਵੇਂ ਬਾਕੀ ਬੱਚਿਆਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ, ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ, ਉਹਨਾਂ ਨਾਲ ਮਤਲਬ ਅਟੈਚਮੈਂਟ ਅਧਿਆਪਕ ਦੀ ਹੈ, ਉਹਦੇ ਨਾਲ ਵੀ ਇਸੇ ਤਰ੍ਹਾਂ ਹੋਏਗੀ। ਪਰ ਨਾਲ ਕੀ ਕਰੂਗਾ, ਉਹ ਆਡੀਓ ਵਗੈਰਾ ਦੀ ਮਦਦ ਲੈ ਕੇ ਉਸ ਨੂੰ ਸਿਖਾਵੇਗਾ। ਵੀ ਉਹਨੂੰ ਦਿਸਣ 'ਚ ਪ੍ਰੋਬਲਮ ਹੈ, ਦੇਖਣ 'ਚ ਪ੍ਰੋਬਲਮ ਹੈ, ਤਾਂ ਸੁਣਨ 'ਚ ਪ੍ਰੋਬਲਮ ਤਾਂ ਨਹੀਂ ਹੈਗੀ, ਸੁਣ ਤਾਂ ਵਧੀਆ ਸਕਦਾ, ਤਾਂ ਉਹਨੂੰ ਸਿਖਾਉਣ ਦੇ ਲਈ ਉਸ ਨੂੰ ਕੁਝ ਸੁਣਾਇਆ ਜਾਵੇਗਾ। ਤਾਂ ਇਸ ਤਰੀਕੇ ਨਾਲ ਇਹ ਥਰਡ ਆਪਸ਼ਨ ਇਸ ਦੇ 'ਚ ਸਾਡਾ ਕੀ ਹੋ ਜਾਏਗਾ ਜੀ, ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਇਹ ਆਪਸ਼ਨਾਂ ਜਿਹੜੀਆਂ ਇਹ ਰਿਮੂਵ ਕਰਨੀਆਂ ਹੁੰਦੀਆਂ ਨੇ। ਤਾਂ ਹੁਣ ਤੱਕ ਆਪਣੇ 10 ਕੁਐਸਚਨ ਕੰਪਲੀਟ ਹੋ ਚੁੱਕੇ ਨੇ। 11ਵਾਂ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ। ਭਾਸ਼ਾ ਇੱਕ ਨੇਮ ਪ੍ਰਬੰਧ ਹੈ, ਮਤਲਬ ਪੂਰਾ ਇੱਕ ਸੰਗਠਨ ਹੈ, ਪੂਰਾ ਇੱਕ ਮੈਨੇਜਮੈਂਟ ਬਣਾਈ ਗਈ ਹੈ ਇਹ। ਤਾਂ ਇਹ ਕਥਨ ਕੀ ਹੈ, ਸੱਚ ਹੈ, ਅੱਧਾ ਸੱਚ ਹੈ, ਝੂਠ ਹੈ, ਜਾਂ ਫਿਰ ਥੋੜ੍ਹਾ ਜਿਹਾ ਸੱਚ ਹੈ? ਤਾਂ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ, ਇਹ ਪੂਰਾ ਕੀ ਇੱਕ ਪ੍ਰਬੰਧ ਹੈ, ਇੱਕ ਸਟਰਕਚਰ ਹੈ, ਪੂਰਾ ਨੇਮ ਸਟਰਕਚਰ ਹੈ ਪੂਰਾ ਇੱਕ ਇਹ, ਠੀਕ ਹੈ। ਤਾਂ ਬਿਲਕੁਲ ਸੱਚ ਹੈ, ਫਸਟ ਆਪਸ਼ਨ ਇਸ 'ਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਬੱਚਿਆਂ ਨੂੰ ਵਿਆਕਰਨ ਦਾ ਗਿਆਨ ਕਰਾਉਣਾ ਚਾਹੀਦਾ ਹੈ, ਕਿਉਂਕਿ ਇਹ ਕੁਐਸਚਨ ਕਿਤੇ ਨਾ ਕਿਤੇ ਸ਼ਾਇਦ ਤੁਸੀਂ ਮੈਨੂੰ ਲੱਗਦਾ ਗਲਤ ਕਰ ਸਕਦੇ ਹੋ ਜੇ ਤੁਸੀਂ ਬਾਹਲਾ ਡੀਪਲੀ ਸੋਚ ਗਏ। ਤਾਂ ਵਿਆਕਰਨ ਦਾ ਗਿਆਨ ਕਰਵਾਉਣਾ, ਇਸ ਨਾਲ ਬੱਚਿਆਂ ਦਾ ਵਿਅਕਤੀਤਵ ਨਿਖਰਦਾ ਹੈ, ਇਸ ਨਾਲ ਸ਼ੁੱਧ ਬੋਲਣਾ ਅਤੇ ਲਿਖਣਾ ਆਉਂਦਾ ਹੈ,
ਵਿਆਕਰਨ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਆਉਂਦਾ ਹੈ, ਬੱਚਿਆਂ ਨੂੰ ਸ਼ੁੱਧ ਪੜ੍ਹਨਾ ਆਉਂਦਾ ਹੈ। ਤਾਂ ਸਿਰਫ ਪੜ੍ਹਨ ਨਾਲ ਤਾਂ ਵਿਆਕਰਨ ਰਿਲੇਟਡ ਹੈ ਹੀ ਨਹੀਂ, ਕੱਟ ਦੋ ਆਪਸ਼ਨ। ਠੀਕ ਹੈ, ਤੇ ਇਸ ਤੋਂ ਬਿਨਾਂ ਬਾਕੀ ਆਪਸ਼ਨਾਂ ਰਹਿ ਗਈਆਂ ਜੋ ਤੁਹਾਨੂੰ ਕਨਫਿਊਜ਼ ਕਰਨਗੀਆਂ। ਦੇਖੋ ਜੀ, ਪਹਿਲਾਂ ਤਾਂ ਇਹਦਾ ਆਨਸਰ ਦੱਸ ਦਿੰਦੇ ਹਾਂ ਅਸੀਂ। ਇਹਦੇ ਵਿੱਚ ਜੋ ਆਨਸਰ ਹੋਏਗਾ ਇਹ ਹੋਏਗਾ ਜੀ, ਸ਼ੁੱਧ ਬੋਲਣਾ ਤੇ ਲਿਖਣਾ ਆਉਂਦਾ ਹੈ। ਹੁਣ ਇੱਕ ਗੱਲ ਸੁਣੋ, ਤੁਸੀਂ ਕਹੋਗੇ ਜੀ ਵਿਅਕਤੀਤਵ ਨਿਖਰਦਾ ਹੈ, ਆਤਮ ਵਿਸ਼ਵਾਸ ਆਉਂਦਾ, ਵੀ ਇਹ ਆਪਸ਼ਨ ਆਪਣੀ ਕਿਉਂ ਨਹੀਂ ਸਿਲੈਕਟ ਕਰੀਆਂ? ਸਿੰਪਲ ਵਿਆਕਰਨ ਦੀ ਗੱਲ ਹੈ। ਆਪਣੇ ਵਿਅਕਤੀਤਵ ਦੇ ਵਿੱਚ ਕੀ ਆਉਂਦਾ, ਵੀ ਆਪਾਂ ਸੱਚ ਬੋਲੀਏ, ਆਪਣੇ 'ਚ ਆਤਮ ਵਿਸ਼ਵਾਸ ਹੋਵੇ। ਇਸ ਤੋਂ ਬਿਨਾਂ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਨੀਤ ਹੈ ਉਹ ਸਹੀ ਹੋਵੇ, ਆਪਣੀ ਸੋਚ ਉੱਚੀ ਹੋਵੇ। ਇਹ ਮਤਲਬ ਕਾफ़ੀ ਚੀਜ਼ਾਂ ਆਉਂਦੀਆਂ ਨੇ, ਚੰਗਿਆਈ ਬੁਰਾਈ ਵੀ ਤਾਂ ਆਉਂਦੀ ਹੈ। ਹੁਣ ਵਿਆਕਰਨ ਦੇ ਜੇ ਕਿਸੇ ਨੂੰ ਗੁਣ ਆਉਂਦੇ ਨੇ, ਇਹਦਾ ਮਤਲਬ ਉਹਦਾ ਵਿਅਕਤੀਤਵ ਵਧੀਆ। ਜੇ ਕਿਸੇ ਨੂੰ ਵਿਆਕਰਨ ਆਉਂਦੀ ਹੈ, ਹੋ ਸਕਦਾ ਵੀ ਉਹ ਬੇਈਮਾਨ ਹੋਵੇ, ਉਹਨੂੰ ਵਿਆਕਰਨ ਵੀ ਸਾਰੀ ਆਉਂਦੀ ਹੈ। ਤਾਂ ਵਿਆਕਰਨ ਦਾ ਗਿਆਨ ਹੈ ਜਿਹੜਾ, ਉਹ ਵਿਅਕਤੀਤਵ ਨੂੰ ਇੰਨਾ ਪ੍ਰਭਾਵਿਤ ਨਹੀਂ ਕਰਦਾ, ਉਹ ਆਪਣੀ ਭਾਸ਼ਾ ਦੇ ਬੋਲਣ ਅਤੇ ਲਿਖਣ ਨੂੰ ਜ਼ਰੂਰ ਪ੍ਰਭਾਵਿਤ ਕਰੂਗਾ। ਸਮਝ ਰਹੇ ਹੋ, ਵੀ ਬੋਲਣ ਅਤੇ ਲਿਖਣ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਵਿਆਕਰਨ ਦਾ ਗਿਆਨ। ਠੀਕ ਹੈ ਜੀ, ਤਾਂ ਜੇਕਰ ਸਿਰਫ ਸਿੱਖਣ ਹੁੰਦਾ, ਵੀ ਸਿੱਖਣਾ ਇਹ ਜਿਹੜਾ ਉਹ ਕਿਉਂ ਜ਼ਰੂਰੀ ਹੈ, ਤਾਂ ਸਿੱਖਣਾ ਜਿਹੜਾ ਉਹ ਆਪਣੇ ਸਿੱਖਣ ਦੇ ਵਿੱਚ ਸਭ ਕੁਛ ਆ ਗਿਆ। ਚੰਗਿਆਈ ਸਿੱਖਣਾ, ਸੱਚ ਬੋਲਣਾ ਸਿੱਖਣਾ, ਇਹ ਸਭ ਚੀਜ਼ਾਂ ਜਿਹੜੀਆਂ ਉਹ ਵਿਅਕਤੀਤਵ ਦੇ ਵਿੱਚ ਵੀ ਆਉਂਦੀਆਂ ਨੇ। ਹੁਣ ਜ਼ਰੂਰੀ ਥੋੜ੍ਹੀ ਹੈ ਵੀ ਜਿਹੜੇ ਨੂੰ ਵਿਅਕਤੀ ਨੂੰ ਵਿਆਕਰਨ ਦਾ ਗਿਆਨ ਹੈ ਉਹ ਸੱਚ ਵੀ ਬੋਲਦਾ, ਤਾਂ ਸੱਚ ਬੋਲਣਾ ਵੀ ਪਰਸਨੈਲਿਟੀ ਦਾ ਹਿੱਸਾ ਹੈ, ਵਿਅਕਤੀਤਵ ਦਾ ਹਿੱਸਾ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਨੇ ਬਸ ਬਾਹਲਾ ਡੀਪਲੀ ਨਹੀਂ ਸੋਚਣਾ, ਸਿਰਫ ਜਸਟ ਕੀ ਸੋਚਣਾ ਆਪਾਂ ਨੇ ਕਿ ਵਿਆਕਰਨ ਦਾ ਗਿਆਨ, ਜਿਵੇਂ ਆਪਾਂ ਮਤਲਬ ਵਿਆਕਰਨ ਦੀ ਮਹੱਤਤਾ ਪੜ੍ਹਦੇ ਹੁੰਦੇ ਹਾਂ, ਉਹਦੇ 'ਚ ਵੀ ਆਪਾਂ ਇਹ ਚੀਜ਼ ਡਿਸਕਸ ਕਰਦੇ ਹੁੰਦੇ ਹਾਂ ਵੀ ਵਿਆਕਰਨ ਕਾਹਦੇ ਲਈ ਜ਼ਰੂਰੀ ਹੈ? ਭਾਸ਼ਾ ਨੂੰ ਸ਼ੁੱਧ ਲਿਖਣਾ ਅਤੇ ਬੋਲਣਾ, ਹੈ ਨਾ। ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਜੇਕਰ ਆਪਾਂ ਨੇ ਸਿੱਖਣਾ ਤਾਂ ਉਹਦੇ ਲਈ ਵਿਆਕਰਨ ਜ਼ਰੂਰੀ ਹੈ। ਇਹਦਾ ਆਪਣੇ ਕੋਈ ਵਿਅਕਤੀਤਵ ਨਾਲ ਕੋਈ ਖਾਸ ਲੈਣਾ ਦੇਣਾ ਨਹੀਂ ਹੈਗਾ। ਹਾਂ, ਇਹ ਹੋ ਸਕਦਾ ਹੈ ਵੀ ਜੇਕਰ ਆਪਾਂ ਵੀ ਇਸ ਦੀ ਵਰਤੋਂ ਸਹੀ ਕਰੀਏ, ਹੈ ਨਾ। ਮਤਲਬ ਜ਼ਰੂਰੀ ਨਹੀਂ ਹੈਗਾ ਵੀ ਵਿਆਕਰਨ ਦਾ ਗਿਆਨ ਹੈ ਜੇ ਕਿਸੇ ਨੂੰ, ਵੀ ਉਹ ਉਸ ਦਾ ਹੀ ਵਿਅਕਤੀਤਵ ਸਹੀ ਹੋਏਗਾ, ਜਾਂ ਫਿਰ ਵੀ ਜੇਕਰ ਕਿਸੇ ਨੂੰ ਵਿਆਕਰਨ ਦਾ ਗਿਆਨ ਲੈ ਲਿਆ ਤਾਂ ਉਹਦਾ ਵਿਅਕਤੀਤਵ ਸੁਧਰ ਜੂਗਾ, ਹੈ ਨਾ। ਤਾਂ ਇਹ ਇੱਕ ਅਲੱਗ ਹੀ ਮੈਟਰ ਆ ਗਿਆ। ਤਾਂ ਵਿਆਕਰਨ ਦਾ ਗਿਆਨ ਸਿਰਫ ਸ਼ੁੱਧ ਬੋਲਣਾ ਅਤੇ ਲਿਖਣ ਨਾਲ ਸੰਬੰਧਿਤ ਹੈ। ਆਪਣੇ ਕੋਲ ਸੈਕਿੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ ਜੀ। ਇਸ ਤੋਂ ਬਾਅਦ ਹੈ ਜੀ, ਇੱਕ ਚੰਗੇ ਵਕਤਾ ਵਿੱਚ ਹੋਣਾ ਚਾਹੀਦਾ ਹੈ। ਇੱਕ ਚੰਗਾ ਵਕਤਾ ਹੈ ਕੋਈ, ਇੱਕ ਕਹਿ ਸਕਦੇ ਇੱਕ ਵਧੀਆ ਸਪੀਕਰ ਹੈ, ਬੋਲਣ ਵਾਲਾ ਹੈ ਨਾ, ਤਾਂ ਉਸ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ? ਕਿ ਉਸ ਦਾ ਜਿਹੜਾ ਸਰੀਰ ਹੈ ਉਹ ਤਕੜਾ ਹੋਵੇ ਨਾ, ਸਿਰਫ ਸਰੀਰ ਤੋਂ ਕੀ ਲੈਣਾ, ਹੋ ਸਕਦਾ ਉਹਨੂੰ ਕੋਈ ਸ਼ਬਦ ਹੀ ਨਾ ਬੋਲਣਾ ਆਉਂਦਾ ਹੋਵੇ, ਹੋ ਸਕਦਾ ਉਹਦੇ 'ਚ ਕੌਨਫੀਡੈਂਸ ਹੀ ਨਾ ਹੋਵੇ, ਉਹਨੂੰ ਉਚਾਰਨ ਨਾ ਕਰਨਾ ਆਉਂਦਾ ਹੋਵੇ, ਬੋਲਣਾ ਨਾ ਆਉਂਦਾ ਹੋਵੇ। ਤਾਂ ਆਕਰਸ਼ਕ ਵਿਅਕਤੀਤਵ ਵਾਲਾ, ਇਕੱਲਾ ਵਿਅਕਤੀਤਵ ਵੀ ਕੀ ਕਰ ਲੂਗਾ, ਉਹਨੂੰ ਭਾਸ਼ਾ ਦੀ ਨੌਲੇਜ ਵੀ ਤਾਂ ਹੋਵੇ। ਉਹਦਾ ਜਿਹੜਾ ਉਚਾਰਨ ਹੈ ਉਹ ਸਪਸ਼ਟ ਅਤੇ ਸ਼ੁੱਧ ਉਚਾਰਨ ਵੀ ਤਾਂ ਹੋਣਾ ਚਾਹੀਦਾ ਨਾ। ਵਕਤਾ ਹੈ ਉਹ, ਮਤਲਬ ਬੋਲ ਰਿਹਾ, ਵਕ ਰਿਹਾ, ਹੈ ਨਾ। ਤਾਂ ਉਹ ਬੋਲ ਰਿਹਾ ਹੈ, ਤਾਂ ਬੋਲਣ ਦੇ ਵਿੱਚ ਸ਼ੁੱਧ ਉਚਾਰਨ ਸਭ ਤੋਂ ਜ਼ਿਆਦਾ ਬੈਸਟ ਭੂਮਿਕਾ ਨਿਭਾਉਂਦਾ ਹੈ। ਤਾਂ ਆਪਣੇ ਕੋਲ ਥਰਡ ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਹੋਏਗਾ ਜੀ, ਸਪਸ਼ਟ ਅਤੇ ਸ਼ੁੱਧ ਉਚਾਰਨ ਵਾਲਾ ਹੋਣਾ ਚਾਹੀਦਾ। ਤੇਜ਼ੀ ਨਾਲ ਬੋਲ ਕੇ ਵੀ ਇਕੱਲਾ ਕੀ ਕਰੂਗਾ ਕੋਈ, ਜੇ ਸਮਝੇ ਨਹੀਂ, ਸਾਹਮਣੇ ਨਹੀਂ ਲੱਗ ਰਹੀ, ਤਾਂ ਉਹਦੇ ਬੋਲਣ ਦਾ ਕੀ ਫਾਇਦਾ? ਠੀਕ ਹੈ ਜੀ, ਇਹ ਮੈਂ ਸਮਝਿਆ ਕਰੋ ਇਹਨਾਂ ਨੂੰ। ਇਸ ਤੋਂ ਬਾਅਦ ਹੈ ਜੀ, ਭਾਸ਼ਾ ਦਾਤ ਹੈ। ਭਾਸ਼ਾ ਜਿਹੜੀ ਉਹ ਕਿਸ ਤਰ੍ਹਾਂ ਦੀ ਦਾਤ ਹੈ? ਕੁਦਰਤੀ ਹੈ, ਵੀ ਅਰਥ ਹੈ, ਸਮਾਜ ਦੀ ਹੈ, ਜਾਂ ਇਤਿਹਾਸ ਦੀ ਹੈ? ਸਿੰਪਲ ਜੀ ਗੱਲ ਹੋ ਗਈ, ਇਹ ਨੈਚੁਰਲੀ ਹੈ। ਭਾਸ਼ਾ ਜਿਹੜੀ ਉਹ ਨੈਚੁਰਲੀ ਆਪਾਂ ਕੀ ਕਰਦੇ ਹਾਂ, ਗ੍ਰਹਿਣ ਕਰਦੇ ਹਾਂ, ਸਿੰਪਲ ਜੀ ਗੱਲ ਹੈ। ਇਸ ਤੋਂ ਬਾਅਦ ਹੈ ਜੀ, ਗੁਰਮੁਖੀ ਲਿਪੀ ਲਿਖੀ ਜਾਂਦੀ ਹੈ। ਸਿੰਪਲ ਕੁਐਸਚਨ ਹੈ ਬਿਲਕੁਲ। ਇਹ 15 ਨੰਬਰ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਹੁਣੇ ਲਿਖ ਦੋਗੇ। ਠੀਕ ਹੈ, ਅਤੇ ਇਹ ਵੀ ਦੱਸਣਾ ਪੈ ਗਿਆ ਕੀ ਫਾਇਦਾ ਯਾਰ ਪੰਜਾਬੀ ਪੜ੍ਹੀ ਦਾ। ਠੀਕ ਹੈ, ਅਤੇ ਇਸ ਤੋਂ ਬਾਅਦ ਹੈ ਜੀ ਨੈਕਸਟ, ਵਿਚ ਆਫ ਫੋਲੋਇੰਗ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਇਕਵਾਇਰਿੰਗ ਸੈਕਿੰਡ ਲੈਂਗੁਏਜ। ਮੰਨ ਕੇ ਚੱਲੋ ਕਿਸੇ ਨੇ ਸੈਕਿੰਡ ਲੈਂਗੁਏਜ ਨੂੰ ਇਕਵਾਇਰ ਕਰਨਾ ਹੈ। ਠੀਕ ਹੈ, ਹੁਣ ਦੇਖੋ ਆਪਾਂ ਵੈਸੇ ਕੀ ਆਖਦੇ ਹਾਂ ਵੀ ਉਹ ਮਾਤ ਭਾਸ਼ਾ ਜਿਹੜੀ ਉਹ ਗ੍ਰਹਿਣ ਕਰਦਾ, ਬਾਕੀ ਭਾਸ਼ਾਵਾਂ ਨੂੰ ਉਹ ਲਰਨ ਕਰਦਾ, ਆਪਾਂ ਇਹ ਗੱਲ ਕਰਦੇ ਹੁੰਦੇ ਹਾਂ। ਤਾਂ ਇਕਵਾਇਰ ਕਰਾਉਣਾ ਸੈਕਿੰਡ ਲੈਂਗੁਏਜ ਨੂੰ, ਤਾਂ ਕਮਿਊਨੀਕੇਸ਼ਨ ਦਾ ਰੋਲ ਹੋਣਾ ਚਾਹੀਦਾ। ਨੈਚੁਰਲ ਐਂਡ ਕਮਿਊਨੀਕੇਸ਼ਨ ਫਰੈਂਡਲੀ ਇਨਵਾਇਰਮੈਂਟ ਹੋਣਾ ਚਾਹੀਦਾ, ਬੈਸਟ ਆਪਸ਼ਨ ਹੈ। ਪਰ ਇਸ ਤੋਂ ਬਿਨਾਂ ਜੇਕਰ ਉਸਨੂੰ ਕੰਪਰੀਹੈਂਸਿਵਲੀ ਇਨਪੁਟ ਦਿੱਤੀ ਜਾਵੇ ਤਾਂ ਵੀ ਤਾਂ ਉਹ ਬੈਸਟ ਤਰੀਕੇ ਨਾਲ ਇਕਵਾਇਰ ਕਰ ਸਕੇਗਾ। ਤਾਂ ਆਪਣੇ ਕੋਲ ਏ ਅਤੇ ਬੀ ਦੋਨੋਂ ਆਪਸ਼ਨਾਂ ਹੀ ਕੀ ਨੇ, ਸਹੀ ਨੇ ਜੀ। ਇਸ ਤਰੀਕੇ ਨਾਲ ਆਪਣੇ ਕੋਲ ਡੀ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ, ਬੋਥ ਏ ਐਂਡ ਬੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 17, ਰੀਡਿੰਗ ਐਜ਼ ਹੋਲਿਸਟਿਕ ਪ੍ਰੋਸੈਸ ਇਨਕਲੂਡਸ। ਜੇਕਰ ਆਪਾਂ ਹੋਲਿਸਟਿਕ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਨੇ, ਤਾਂ ਇਹ ਦੱਸਣਾ ਆਪਾਂ ਨੇ। ਸ਼ੇਪਸ ਆਫ ਲੈਟਰ ਐਂਡ ਸਾਊਂਡਸ ਲਿੰਕਡ ਵਿਦ ਦੈਮ। ਬਿਲਕੁਲ, ਲੈਟਰਸ ਦੀ ਜਿਹੜੀ ਸ਼ੇਪ ਹੈ ਉਹ ਅਤੇ ਸਾਊਂਡਸ ਨੇ ਜਿਹੜੀਆਂ ਆਵਾਜ਼ਾਂ, ਮਤਲਬ ਕੋਈ ਚੀਜ਼ ਦਾ ਉਚਾਰਨ ਹੈ ਉਹ ਉਸ ਦੇ ਨਾਲ ਰਿਲੇਟਡ ਹੋਵੇ। ਠੀਕ ਹੈ, ਮੀਨਿੰਗ ਆਫ ਵਰਡ, ਸੈਂਟੈਂਸਸ ਐਂਡ ਸੈਂਟੈਂਸ ਸਟਰਕਚਰ, ਇਹ ਸਾਰਿਆਂ ਦਾ ਮੀਨਿੰਗ ਬਿਲਕੁਲ ਸਹੀ ਹੈ, ਇਹ ਇਨਕਲੂਡ ਹੈਗੇ ਹੈ। ਅਤੇ ਐਬਿਲਿਟੀ ਟੂ
ਐਂਟੀਸਪੇਟ ਐਂਡ ਪ੍ਰੈਡਿਕਟ, ਇਹ ਵੀ ਤਾਂ ਹੋਣੀ ਚਾਹੀਦੀ ਹੈ। ਤਾਂ ਸਾਰੀਆਂ ਚੀਜ਼ਾਂ ਹੀ ਕੀ ਨੇ ਜੀ ਹੋਲਿਸਟਿਕ ਪ੍ਰੋਸੈਸ ਦੇ ਵਿੱਚ ਇਨਕਲੂਡਡ ਨੇ। ਤਾਂ ਆਪਣੇ ਕੋਲ ਇਸ ਤਰੀਕੇ ਨਾਲ ਆਪਣੇ ਕੋਲ 4th ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਠੀਕ ਹੈ ਜੀ, ਆਪਾਂ ਨੇ ਰਾਈਟ ਆਨਸਰ ਸਿਲੈਕਟ ਕਰਨਾ ਸੀ ਜੋ ਕਿ ਆਪਸ਼ਨ 4th ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 18, ਅਲੋਂਗ ਵਿਦ ਬੇਸਿਕ ਲੈਂਗੁਏਜ ਸਕਿੱਲਸ, ਯਾਨੀ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਲਿਟਰੇਚਰ ਮੇਕਸ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਇਨ ਅਦਰ ਏਰੀਆਜ਼ ਆਫ ਲੈਂਗੁਏਜ ਇਨਕਲੂਡਿੰਗ, ਮਤਲਬ ਕਿ ਇਹ ਲੈਂਗੁਏਜਾਂ ਦੇ ਨਾਲ, ਮਤਲਬ ਲੈਂਗੁਏਜ ਸਕਿੱਲਸ ਦੇ ਨਾਲ, ਉਹੀ LSRW ਦੇ ਨਾਲ ਲਿਟਰੇਚਰ ਹੈ ਜਿਹੜਾ ਉਹ ਕਿਸ ਤਰ੍ਹਾਂ ਇੱਕ ਇੰਪੋਰਟੈਂਟ ਕੰਟਰੀਬਿਊਸ਼ਨ ਕਰਦਾ ਹੈ, ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਤਾਂ ਇਸ ਦੇ ਵਿੱਚ ਆਪਾਂ ਨੇ ਸਿਲੈਕਟ ਕਰਨਾ ਅਦਰ ਏਰੀਆਸ ਦੇ ਵਿੱਚ। ਤਾਂ ਇਸ ਦੇ ਨਾਲ ਕੀ ਹੁੰਦਾ ਹੈ, ਵਰਡ ਮੀਨਿੰਗ ਐਂਡ ਗ੍ਰਾਮਰ, ਬਿਲਕੁਲ ਜੀ ਗ੍ਰਾਮਰ ਵੀ ਸਟਰੋਂਗ ਹੁੰਦੀ ਹੈ, ਵਰਡ ਮੀਨਿੰਗਸ ਨਵੇਂ ਸ਼ਬਦ ਸਿੱਖਦਾ ਉਹ ਲਿਟਰੇਚਰ ਦੇ ਵਿੱਚੋਂ। ਠੀਕ ਹੈ, ਐਕਸਪ੍ਰੈਸ਼ਨ ਐਂਡ ਕ੍ਰੀਏਟਿਵ ਰਾਈਟਿੰਗ ਬਿਲਕੁਲ ਸਹੀ ਹੈ ਜੀ, ਮਤਲਬ ਕਿ ਵੱਧ ਤੋਂ ਵੱਧ ਜਦੋਂ ਉਸਨੂੰ ਉਸ ਚੀਜ਼ ਦਾ ਲਿਟਰੇਚਰ ਦੇ ਵਿੱਚ ਨੌਲੇਜ ਮਿਲੇਗੀ, ਕੋਈ ਕਹਾਣੀ ਪੜ੍ਹੇਗਾ, ਕੋਈ ਕਵਿਤਾ ਪੜ੍ਹੇਗਾ, ਤਾਂ ਉਸ ਦੇ ਵਰਡ ਤਾਂ ਮਿਲਣਗੇ, ਵਰਡ ਮੀਨਿੰਗ ਤਾਂ ਉਹਨੂੰ ਲੱਭਣਗੀ, ਗ੍ਰਾਮਰ ਮਜ਼ਬੂਤ ਹੋਏਗੀ, ਐਕਸਪ੍ਰੈਸ਼ਨ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਕੀ ਕਰ ਸਕੇ, ਐਕਸਪ੍ਰੈਸ ਕਰ ਸਕੇਗਾ, ਕ੍ਰੀਏਟਿਵ ਰਾਈਟਿੰਗ ਆਏਗੀ। ਤਾਂ ਦੋਨੋਂ ਆਪਸ਼ਨਾਂ ਹੀ ਸਹੀ ਨੇ ਜੋ ਕਿ ਆਪਸ਼ਨ ਸੀ ਦੇ ਵਿੱਚ ਲਿਖਿਆ ਹੋਇਆ ਹੈ। ਇਸ ਤਰੀਕੇ ਨਾਲ ਆਪਣੇ ਕੋਲ ਸੀ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਹ ਸਾਡਾ ਰਾਈਟ ਆਨਸਰ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 19, ਵਿਚ ਆਫ ਫੋਲੋਇੰਗ ਇਜ਼ ਇਨਕਲੂਡਡ ਇਨ ਦਾ ਕੈਟਾਗਰੀ ਆਫ ਇਸੈਂਸ਼ੀਅਲ ਬੇਸਿਕ ਮਟੀਰੀਅਲ। ਤਾਂ ਇਹ ਕੁਐਸਚਨ ਬੜਾ ਘੈਂਟ ਹੈ, ਇਹ ਤੁਹਾਡਾ ਮਤਲਬ ਕੀ ਕਰੂਗਾ, ਮਾਈਂਡ ਨੂੰ ਕੀ ਕਰੂਗਾ, ਪੂਰਾ ਝੰਜੋੜ ਕੇ ਰੱਖ ਦੂਗਾ। ਕੀ ਚੀਜ਼ ਇਹਨਾਂ 'ਚੋਂ ਜ਼ਰੂਰੀ ਹੈ, 4 ਪੁਆਇੰਟ ਲਿਖੇ ਹੋਏ ਨੇ, ਮੈਥਸ ਜ਼ਰੂਰੀ ਨੇ, ਬੈਂਚਸ ਜ਼ਰੂਰੀ ਨੇ, ਚੇਅਰ ਜ਼ਰੂਰੀ ਨੇ, ਪਹਿਲਾ ਪੁਆਇੰਟ ਇਹ। ਦੂਸਰਾ ਪੁਆਇੰਟ ਕੀ ਹੈ ਕਿ ਚਾਰਟਸ, ਮਾਡਲਸ ਐਂਡ ਪਿਕਚਰਸ ਜ਼ਰੂਰੀ ਨੇ, ਜਾਂ ਫਿਰ ਟੋਇਲਟਸ, ਕਲੀਨ ਡਰਿੰਕਿੰਗ ਵਾਟਰ ਜ਼ਰੂਰੀ ਹੈ, ਲੈਂਗੁਏਜ ਕਾਰਡਸ ਐਂਡ ਟੇਪ ਰਿਕਾਰਡਰਸ, ਪੋਸਟਰਸ ਐਕਸਟਰਾ, ਇਹ ਚੀਜ਼ਾਂ ਸਭ ਨੇ ਜਿਹੜੀਆਂ ਇਹ ਜ਼ਰੂਰੀ ਨੇ। ਹੁਣ ਦੇਖੋ ਜੀ ਇਹ ਕੁਐਸਚਨ ਹੈ ਜਿਹੜਾ, ਵੈਸੇ ਤਾਂ ਇਹ ਸਭ ਚੀਜ਼ਾਂ ਹੀ ਜ਼ਰੂਰੀ ਨੇ ਸਿੱਖਣ ਦੇ ਲਈ, ਲਰਨਿੰਗ ਪ੍ਰੋਸੈਸ ਦੇ ਲਈ ਇਹ ਸਭ ਚੀਜ਼ਾਂ ਹੀ ਕੀ ਨੇ, ਜ਼ਰੂਰੀ ਨੇ। ਪਰ ਜਦੋਂ ਇਸ ਤਰ੍ਹਾਂ ਦਾ ਕੁਐਸਚਨ ਆ ਜਾਏ ਨਾ, ਤਾਂ ਆਪਾਂ ਨੇ ਸਭ ਤੋਂ ਜ਼ਰੂਰੀ ਚੀਜ਼ ਦੇਖਣੀ ਹੁੰਦੀ ਹੈ, ਸਭ ਤੋਂ ਬੈਸਟ ਚੀਜ਼ ਜਿਹੜੀ ਉਹ ਦੇਖਣੀ ਹੁੰਦੀ ਹੈ। ਹੁਣ ਤੁਸੀਂ ਕਹੋਗੇ ਜੀ ਇਹ ਤਾਂ ਸਾਰੀ ਚੀਜ਼ਾਂ ਜ਼ਰੂਰੀ ਨੇ, ਆਪਾਂ ਕਿਵੇਂ ਸਿਲੈਕਟ ਕਰੀਏ, ਇਹਦੇ 'ਚ ਆਲ ਆਫ ਵਾਲੀ ਆਪਸ਼ਨ ਹੋਣੀ ਚਾਹੀਦੀ ਸੀ ਜਿਹਦੇ 'ਚ 4 ਲਿਖੇ ਹੁੰਦੇ, ਨਹੀਂ ਹੈਗੀ ਤਾਂ ਆਪਾਂ ਨੂੰ ਆਨਸਰ ਤਾਂ ਫਿਰ ਵੀ ਦੇਣਾ ਪਊਗਾ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਸੁਣੋ, ਮੈਟ ਹੋਏ, ਚਾਰਟ ਹੋਏ, ਲੈਂਗੁਏਜ ਕਾਰਡ, ਟੇਪ ਰਿਕਾਰਡਰ, ਸਾਰਿਆਂ ਨੂੰ ਮਾਰੋ ਗੋਲੀ। ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਵਾਟਰ ਹੈ ਅਤੇ ਟੋਇਲਟਸ ਨੇ। ਠੀਕ ਹੈ ਜੀ, ਸਭ ਤੋਂ ਇਹ ਆਪਣੀਆਂ ਬੇਸਿਕ ਨੀਡਸ ਨੇ ਜੀ। ਜੇ ਪੀਣ ਵਾਲਾ ਪਾਣੀ ਨਹੀਂ ਹੋਊਗਾ, ਟੇਪ ਰਿਕਾਰਡਰਾਂ ਨੂੰ ਉੱਥੇ ਤੁਸੀਂ ਚੱਟੋਗੇ, ਦੱਸੋ। ਹੁਣ ਜੇ ਤੁਸੀਂ ਪੋਸਟਰਾਂ ਦਾ, ਚਾਰਟਾਂ ਦਾ, ਮਾਡਲਾਂ ਦਾ ਕੀ ਕਰਨਾ, ਜੇ ਬੱਚੇ ਨੂੰ ਪਾਣੀ ਹੀ ਨਾ ਉੱਥੇ ਮਿਲਿਆ ਸਕੂਲ ਦੇ ਵਿੱਚ, ਤਾਂ ਇਸ ਕਰਕੇ ਸਭ ਤੋਂ ਪਹਿਲ ਆਪਾਂ ਨੇ ਕਿਹਨੂੰ ਦੇਣੀ ਹੈ, ਟੋਇਲਟਸ ਐਂਡ ਡਰਿੰਕਿੰਗ ਵਾਟਰ ਨੂੰ। ਹੁਣ ਦੇਖੋ ਗੱਲ ਸੁਣੋ, ਆਨਸਰ ਲੱਭਣ ਦਾ ਤਰੀਕਾ ਲੱਭ ਗਿਆ ਆਪਾਂ ਨੂੰ। ਦੇਖੋ ਹੁਣ ਆਪਾਂ ਨੇ ਕੀ ਲੱਭ ਲਿਆ ਵੀ ਤੀਸਰਾ ਪੁਆਇੰਟ ਤਾਂ ਆਏਗਾ, ਤੀਸਰਾ ਪੁਆਇੰਟ ਤਾਂ ਆਵੇਗਾ, ਤਾਂ ਆਪਾਂ ਆਪਸ਼ਨਾਂ ਕੱਟਦੇ ਹਾਂ। ਇਸ ਆਪਸ਼ਨ ਦੇ ਵਿੱਚ 3 ਲਿਖਿਆ ਨਹੀਂ ਹੋਇਆ, ਇਹ ਆਪਸ਼ਨ ਨੂੰ ਕੱਟ ਦਿਓ। ਇਹ ਆਪਸ਼ਨ ਦੇ ਵਿੱਚ 3 ਲਿਖਿਆ ਨਹੀਂ ਹੋਇਆ, ਇਹ ਆਪਸ਼ਨ ਨੂੰ ਕੱਟ ਦਿਓ। ਆਪਸ਼ਨਾਂ ਸਿਰਫ 2 ਬਚ ਗਈਆਂ, ਜਾਂ ਤਾਂ ਪਹਿਲੇ ਦੇ ਨਾਲ ਤੀਸਰਾ ਤੇ ਦੇਖੋ ਤੀਸਰਾ ਤੇ ਪਹਿਲਾ ਪੁਆਇੰਟ ਸਹੀ ਹੋਏਗਾ, ਜਾਂ ਫਿਰ ਦੂਸਰਾ ਤੇ ਤੀਸਰਾ ਪੁਆਇੰਟ ਸਹੀ ਹੋਏਗਾ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚੋਂ ਕਿਹੜਾ ਪੁਆਇੰਟ ਜਿਹੜਾ ਉਹ ਸਭ ਤੋਂ ਬੈਸਟ ਹੈਗੇ ਹੈ। ਠੀਕ ਹੈ ਜੀ, ਤਾਂ ਦੇਖਦੇ ਹਾਂ ਆਪਾਂ। ਤਾਂ ਦੇਖੋ ਹੁਣ ਦੇਖਾਂਗੇ ਆਪਾਂ, ਦੇਖੋ ਜੀ ਇਹ ਤਾਂ ਆਪਾਂ ਨੇ ਗੱਲ ਕਰ ਲਈ ਕਲੀਅਰ। ਹੁਣ ਪਹਿਲਾ ਪੁਆਇੰਟ ਕੀ ਹੈ, ਮੈਟਸ, ਬੈਂਚਸ ਐਂਡ ਚੇਅਰਸ, ਜਾਂ ਫਿਰ ਚਾਰਟਸ, ਮਾਡਲਸ ਐਂਡ ਪਿਕਚਰਸ। ਇਹਦੇ ਵਿੱਚੋਂ ਹੁਣ ਮੈਟ ਜ਼ਰੂਰੀ ਨੇ, ਪਾਣੀ ਤਾਂ ਮਿਲ ਗਿਆ, ਟੋਇਲਟਸ ਵੀ ਹੈਗੀਆਂ ਨੇ, ਬੈਠਣ ਲਈ ਬੈਂਚ ਹੋਣ ਜਾਂ ਫਿਰ ਮੈਟਸ ਹੋਣ ਬੱਚਿਆਂ ਦੇ ਬੈਠਣ ਲਈ, ਤਾਂ ਇਹ ਚੀਜ਼ ਜ਼ਰੂਰੀ ਹੈ। ਠੀਕ ਹੈ, ਹੁਣ ਪਹਿਲਾ ਅਤੇ ਤੀਸਰਾ ਹੀ ਆਪਾਂ ਸਿਲੈਕਟ ਕਰਕੇ ਗੱਲ ਬਣ ਜੂਗੀ। ਉਸ ਤੋਂ ਬਿਨਾਂ ਚਾਰਟ ਨਹੀਂ ਹੋਣਗੇ, ਮਾਡਲਸ ਨਹੀਂ ਹੋਣਗੇ। ਅਧਿਆਪਕ ਤਾਂ ਹੋਏਗਾ, ਤਾਂ ਅਧਿਆਪਕ ਸਿਖਾ ਦੂਗਾ, ਕੰਮ ਚਲਾ ਲੂਗਾ। ਪਰ ਮਾਡਲਸ, ਚਾਰਟਸ ਵਗੈਰਾ ਹੁੰਦੇ ਤਾਂ ਵਧੀਆ ਗੱਲ ਸੀ, ਨਹੀਂ ਹੈਗੇ ਤਾਂ ਵੀ ਕੋਈ ਫਰਕ ਇੰਨਾ ਪੈਂਦਾ ਨਹੀਂ, ਸਿੱਖਣ ਦਾ ਪ੍ਰੋਸੈਸ ਫਿਰ ਵੀ ਹੋ ਜਾਊਗਾ। ਠੀਕ ਹੈ ਜੀ, ਤਾਂ ਮੈਥਸ ਵਾਲਾ ਪੁਆਇੰਟ ਜ਼ਰੂਰੀ ਹੈ। ਤਾਂ ਆਪਣੇ ਕੋਲ ਮੈਟਸ, ਬੈਂਚਸ ਐਂਡ ਚੇਅਰਸ ਜ਼ਰੂਰੀ ਨੇ। ਠੀਕ ਹੈ ਜੀ, ਇਹ ਆਪਸ਼ਨ ਅਤੇ ਥਰਡ ਆਪਸ਼ਨ, ਇਹ ਸਭ ਚੀਜ਼ਾਂ ਨੇ ਜਿਹੜੀਆਂ ਉਹ ਬੇਸਿਕ ਨੀਡ ਨੇ। ਮੈਂ ਇਗਨੋਰ ਨਹੀਂ ਕਰ ਰਿਹਾ ਵੀ ਟੇਪ ਰਿਕਾਰਡਰ ਦੀ ਜਾਂ ਲੈਂਗੁਏਜ ਕਾਰਡਸ ਦੀ ਜਾਂ ਚਾਰਟਸ ਦੀ, ਮਾਡਲਸ ਦੀ ਲੋੜ ਨਹੀਂ, ਆਪਾਂ ਨੇ ਬੈਸਟ ਆਪਸ਼ਨ ਸਿਲੈਕਟ ਕਰਨੀ ਹੈ ਜੀ। ਤਾਂ ਇਸ ਤਰੀਕੇ ਨਾਲ ਸੈਕੰਡ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੈ। ਵਿਚ ਟਾਈਪ ਆਫ ਗ੍ਰਾਮਰ ਲੇਜ਼ ਸਟ੍ਰੈਸ ਔਨ ਫਾਰਮ ਆਫ ਗ੍ਰਾਮਰ। ਤਾਂ ਇਹਦੇ ਵਿੱਚੋਂ ਆਪਾਂ ਦੱਸਣਾ ਹੈ ਕਿ ਡਿਸਕ੍ਰਿਪਟਿਵ ਗ੍ਰਾਮਰ ਜਾਂ ਫਿਰ ਪ੍ਰੈਸਕ੍ਰਿਪਟਿਵ ਗ੍ਰਾਮਰ ਜਾਂ ਬੋਥ A ਐਂਡ B, ਨਨ ਆਫ ਦੀਜ਼। ਇਹਦੇ ਵਿੱਚੋਂ ਆਪਾਂ ਨੇ ਦੱਸਣਾ ਸੀ ਕਿ ਇਸ ਬੇਸ 'ਤੇ ਆਪਾਂ ਨੇ ਕੀ ਦੱਸਣਾ ਸੀ, ਗ੍ਰਾਮਰ ਲੇਜ਼ ਸਟ੍ਰੈਸ ਔਨ ਫਾਰਮ ਆਫ ਗ੍ਰਾਮਰ।
ਤਾਂ ਇਸ ਬੇਸ ਦੇ ਅਕੋਰਡਿੰਗ ਆਪਾਂ ਨੇ ਗ੍ਰਾਮਰ ਦੱਸਣਾ ਵੀ ਕਿਹੜੀ ਜਿਹੜੀ ਉਹ ਬੈਸਟ ਹੈ। ਤਾਂ ਇਹਦੇ ਵਿੱਚੋਂ ਪ੍ਰੈਸਕ੍ਰਿਪਟਿਵ ਗ੍ਰਾਮਰ ਜਿਹੜੀ ਇਹ ਬੈਸਟ ਰਹੇਗੀ। ਤਾਂ ਇਸ ਤਰੀਕੇ ਨਾਲ ਦੋਸਤੋ ਆਪਣੇ ਜਿਹੜੇ 20 ਕੁਐਸਚਨਸ ਨੇ ਇਹ ਅੱਜ ਦੀ ਕਲਾਸ ਵਿੱਚ ਸਮਾਪਤ ਹੋ ਚੁੱਕੇ ਨੇ। ਤਾਂ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਤੁਹਾਡੇ 20 ਦੇ ਵਿੱਚੋਂ ਕਿੰਨੇ ਕੁਐਸਚਨ ਜਿਹੜੇ ਉਹ ਬਣੇ ਇੱਕ ਤਾਂ ਤੁਸੀਂ ਨੇ ਇਹ ਦੱਸਣਾ। ਇੱਕ 15 ਨੰਬਰ ਕੁਐਸਚਨ ਜੋ ਆਪਾਂ ਨੇ ਪੁੱਛਿਆ ਸੀ 15 ਨੰਬਰ ਪਾ ਕੇ ਉਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸੋਗੇ। ਅਤੇ 20 ਦੇ ਵਿੱਚੋਂ ਜੇਕਰ ਮੈਂ ਇਹ ਆਖਦਾ ਵੀ ਜੇਕਰ ਤੁਹਾਡੇ 17 ਨੰਬਰ ਬਣ ਗਏ 20 ਦੇ ਵਿੱਚੋਂ 17 ਨੰਬਰ ਬਣ ਗਏ ਇਹਦਾ ਮਤਲਬ ਤਿਆਰੀ ਸਹੀ ਹੈ, ਬੈਸਟ ਹੈ, ਕੋਈ ਪ੍ਰੋਬਲਮ ਨਹੀਂ, ਹੋ ਜੂਗਾ ਪਾਸ ਪੇਪਰ। ਤੇ ਜੇਕਰ ਦੋਸਤੋ ਤੁਹਾਡੇ ਉਸ ਤੋਂ ਵੀ ਘੱਟ ਬਣੇ, ਠੀਕ ਹੈ, ਜੇਕਰ ਤੁਹਾਡੇ 15 ਤੋਂ ਵੀ ਘੱਟ ਬਣੇ ਤਾਂ ਤੁਸੀਂ ਕੀ ਹੋ ਤਿਆਰੀ ਕਰੋ ਥੋੜ੍ਹੀ ਜਿਹੀ ਹੋਰ, ਠੀਕ ਹੈ, ਕਿਉਂਕਿ ਇਹ ਕੁਐਸਚਨ ਤਾਂ ਜੀ ਰਿਪੀਟਡ ਸੀ, ਈਜ਼ੀ ਸੀ। ਇਸ ਤੋਂ ਵੀ ਅਪ ਲੈਵਲ ਕਰਤਾ ਪੇਪਰ 'ਚ ਤਾਂ ਤੁਸੀਂ ਰੁੜਕ ਜਾਓਗੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਥੋੜ੍ਹੀ ਜਿਹੀ ਤਿਆਰੀ ਨੂੰ ਖਿੱਚੋ ਵਧੀਆ ਢੰਗ ਨਾਲ, ਵੱਧ ਨੰਬਰ ਆ ਜਾਣਗੇ ਕੋਈ ਮਤਲਬ ਨੁਕਸਾਨ ਨਹੀਂ, ਘੱਟ ਨੰਬਰ 1 ਨੰਬਰ ਵੀ ਘੱਟ ਗਿਆ ਗੱਲ ਸਾਲਾਂ ਦੀ ਜਾ ਪਊਗੀ, ਇਸ ਤੋਂ ਬਾਅਦ ਪਤਾ ਨਹੀਂ ਪੇਪਰ ਕਦੋਂ ਲੈਣਾ, ਠੀਕ ਹੈ ਜੀ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।